ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ। ਸਰਬ ਕਲਾ ਭਰਪੂਰ ਪ੍ਰਭ ਬੈਰਥਾ ਚਾਨਣ ਹਾਰ। ਜਾਂ ਕੇ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ। ਸਰਬ ਕਲਾ ਭਰਪੂਰ ਪ੍ਰਭ ਬੈਰਥਾ ਚਾਨਣ ਹਾਰ। ਜਾਂ ਕੇ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ। ਪ੍ਰਭੂ ਸਾਰੀਆਂ ਸ਼ਕਤੀਆਂ ਨਾਲ ਭਰਿਆ ਹੋਇਆ ਹੈ। ਸਰਬ ਕਲਾ ਭਰਪੂਰ ਪ੍ਰਭ ਬੈਰਥਾ ਚਾਨਣਹਾਰ। ਪ੍ਰਭੂ ਸਾਰੀਆਂ ਸ਼ਕਤੀਆਂ ਨਾਲ ਭਰਿਆ ਹੋਇਆ ਹੈ, ਸਾਰਿਆਂ ਦੇ ਦੁੱਖਾਂ ਨੂੰ ਜਾਣਦਾ ਹੈ। ਜਾਂ ਕੇ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ। ਜਿਸ ਦੇ ਚੇਤੇ ਕਰਨ ਨਾਲ ਤਰ ਜਾਈਦਾ ਹੈ, ਮੈਂ ਉਸ ਤੋਂ ਬਲਿਹਾਰੇ ਜਾਂਦਾ ਹਾਂ। ਅਸ਼ਟਪਦੀ। ਟੂਟੀ ਗਾਂਢਣ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ। ਟੂਟੀ ਗਾਂਢਣ ਹਾਰ ਗੋਪਾਲ, ਮਾਲਕ ਟੁੱਟੀ ਨੂੰ ਗੰਢਣ ਵਾਲਾ ਹੈ, ਸਭ ਜੀਆਂ ਦੀ ਪਾਲਣਾ ਕਰਨ ਵਾਲਾ ਹੈ। ਸਗਲ ਕੀ ਚਿੰਤਾ ਜਿਸ ਮਨ ਮਾਹੇ, ਤਿਸ ਤੇ ਬਿਰਥਾ ਕੋਈ ਨਾਹੈ। ਸਗਲ ਕੀ ਚਿੰਤਾ ਭਾਵ ਸਾਰੀ ਦੁਨੀਆ ਦੀ ਚਿੰਤਾ ਹੈ ਜਿਸ ਦੇ ਮਨ ਦੇ ਅੰਦਰ। ਤਿਸ ਤੇ ਬਿਰਥਾ ਕੋਈ ਨਾਹੈ, ਉਸ ਤੋਂ ਖਾਲੀ ਕੋਈ ਨਹੀਂ ਰਹਿੰਦਾ, ਉਸ ਨੂੰ ਸਭ ਦਾ ਪਤਾ ਹੈ। ਰੇ ਮਨ ਮੇਰੇ ਸਦਾ ਹਰਿ ਜਾਪ, ਅਬਿਨਾਸੀ ਪ੍ਰਭ ਆਪੇ ਆਪ। ਹੇ ਮੇਰੇ ਮਨ, ਉਸ ਹਰੀ ਨੂੰ ਸਦਾ ਜਪ, ਉਹ ਨਾ ਮਾਰਨ ਵਾਲਾ ਆਪ ਹੀ ਆਪ ਹੈ। ਅਬਿਨਾਸੀ ਭਾਵ ਜੋ ਨਹੀਂ ਮਾਰਨ ਵਾਲਾ ਹੈ। ਆਪਨ ਕੀਆ ਕਛੂ ਨ ਹੋਏ, ਜੇ ਸੋ ਪ੍ਰਾਣੀ ਲੋਚੇ ਕੋਏ। ਆਪਨ ਕੀਆ ਕਛੂ ਨ ਹੋਏ, ਇਸ ਦਾ ਆਪਣਾ ਕੀਤਾ ਕੁਝ ਨਹੀਂ ਹੁੰਦਾ। ਭਾਵੇਂ ਕੋਈ ਆਦਮੀ 100 ਦਲੀਲਾਂ ਕਰਦਾ ਰਹੇ, ਤਿਸ ਬਿਨ ਨਾਹੀ ਤੇਰੇ ਕਿਛ ਕਾਮ। ਗਤ ਨਾਨਕ ਜਪ ਏਕ ਹਰਿ ਨਾਮ। ਉਸ ਤੋਂ ਬਿਨਾਂ ਹੋਰ ਕੋਈ ਪਦਾਰਥ ਤੇਰੇ ਕੰਮ ਦਾ ਨਹੀਂ ਹੈ। ਉਸ ਵਾਹਿਗੁਰੂ ਅਕਾਲ ਪੁਰਖ ਦੇ ਨਾਮ ਤੋਂ ਬਿਨਾਂ ਕੋਈ ਪਦਾਰਥ ਤੇਰੇ ਕੰਮ ਦਾ ਨਹੀਂ ਹੈ। ਗਤ ਨਾਨਕ ਜਪ ਏਕ ਹਰਿ ਨਾਮ। ਇੱਕ ਹਰੀ ਦਾ ਨਾਮ ਜਪ ਕੇ ਤੂੰ ਗਤੀ ਪ੍ਰਾਪਤ ਕਰ ਜਾਵੇਂਗਾ। ਰੂਪਵੰਤ ਹੋਏ ਨਾਹੀ ਮੋਹੇ, ਪ੍ਰਭ ਕੀ ਜੋਤ ਸਗਲ ਘਟ ਸੋਹੇ। ਜੇ ਕੋਈ ਸੁੰਦਰ ਹੋ ਕੇ ਕਿਸੇ ਨੂੰ ਮੋਹਣਾ ਚਾਹੇ, ਪ੍ਰਭ ਕੀ ਜੋਤ ਸਗਲ ਘਟ ਸੋਹੇ। ਪ੍ਰਭੂ ਦੀ ਜੋਤ ਤਾਂ ਹਰ ਇੱਕ ਅੰਦਰ ਹੀ ਸੋਹਣੀ ਜਗਦੀ ਹੈ, ਸਭ ਹੀ ਸੋਹਣੇ ਹਨ। ਧਨਵੰਤਾ ਹੋਏ ਕਿਆ ਕੋ ਗਰਬੈ, ਜਾਂ ਸਭ ਕਿਛ ਤਿਸ ਕਾ ਦੀਆ ਦਰਬੈ। ਧਨਵੰਤਾ ਹੋਏ ਕਿਆ ਕੋ ਗਰਬੈ, ਧਨ ਵਾਲਾ ਹੋ ਕੇ ਕੀ ਕੋਈ ਗਰਬਦਾ ਹੈ, ਕੀ ਕੋਈ ਮਾਣ ਕਰਦਾ ਹੈ। ਉਹ ਧਨ ਵੀ ਉਸ ਵਾਹਿਗੁਰੂ ਨੇ ਆਪਾਂ ਨੂੰ ਦਿੱਤਾ ਹੋਇਆ ਹੈ। ਜਾਂ ਸਭ ਕਿਛ ਤਿਸ ਕਾ ਦੀਆ ਦਰਬੈ। ਜਦੋਂ ਸਾਰਾ ਧਨ ਦੌਲਤ ਸਭ ਕੁਝ ਸਾਨੂੰ ਉਸ ਵਾਹਿਗੁਰੂ ਅਕਾਲ ਪੁਰਖ ਨੇ ਦਿੱਤੀ ਹੈ, ਤਾਂ ਫਿਰ ਮਾਣ ਕਿਸ ਗੱਲ ਦਾ ਹੈ। ਅਤਿ ਸੂਰਾ ਜੇ ਕੋ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿਤਾਵੈ। ਜੇ ਕੋਈ ਆਪਣੇ ਆਪ ਨੂੰ ਬੜਾ ਸੂਰਮਾ ਕਹਾਉਂਦਾ ਹੈ, ਤਾਂ ਹਰੀ ਦੀ ਤਾਕਤ ਦੇ ਬਿਨਾਂ ਉਹ ਕੋਈ ਧਾਵਾ ਨਹੀਂ ਕਰ ਸਕਦਾ। ਜੇ ਕੋ ਹੋਏ ਬਹੇ ਦਾਤਾਰ, ਤਿਸ ਦੇਣਹਾਰ ਜਾਣੇ ਗਵਾਰ। ਜੇ ਕੋਈ ਦਾਤਾ ਹੋ ਬੈਠਦਾ ਹੈ, ਆਪਣੇ ਆਪ ਨੂੰ ਬਹੁਤ ਵੱਡਾ ਦਾਨੀ ਸਮਝਦਾ ਹੈ, ਦਾਤਾ ਸਮਝਦਾ ਹੈ, ਤਿਸ ਦੇਣਹਾਰ ਜਾਣੇ ਗਵਾਰ। ਤਾਂ ਉਸ ਮੂਰਖ ਨੂੰ ਚਾਹੀਦਾ ਹੈ ਕਿ ਉਹ ਦਾਤੇ ਨੂੰ ਸਮਝੇ। ਉਸ ਨੇ ਹੀ ਤਾਂ ਉਸ ਨੂੰ ਸਭ ਕੁਝ ਦਿੱਤਾ ਹੈ, ਉਸ ਨੂੰ ਦਾਤਾ ਬਣਾਇਆ ਹੈ। ਜਿਸ ਗੁਰ ਪ੍ਰਸਾਦ ਟੁਟੇ ਹੋ ਰੋਗ, ਨਾਨਕ ਸੋ ਜਨ ਸਦਾ ਅਰੋਗ। ਜਿਸ ਗੁਰ ਪ੍ਰਸਾਦ,
ਜਿਹੜੇ ਵਾਹਿਗੁਰੂ ਅਕਾਲ ਪੁਰਖ ਦੀ ਕਿਰਪਾ ਦੇ ਦੁਆਰਾ ਟੂਟੇ ਹਉ ਰੋਗ, ਸਾਰੇ ਰੋਗ ਟੁੱਟ ਜਾਂਦੇ ਹਨ। ਨਾਨਕ ਸੋ ਜਨ ਸਦਾ ਰੋਗ, ਉਹ ਦਾਸ ਸਦਾ ਰੋਗ ਰਹਿਤ ਹੋ ਜਾਂਦਾ ਹੈ। ਜਿਉ ਮੰਦਰ ਕੋ ਥਾਮੇ ਥੰਮਨ, ਤਿਉ ਗੁਰ ਕਾ ਸ਼ਬਦ ਮਨੇ ਅਸਥੰਮਨ। ਜਿਸ ਤਰ੍ਹਾਂ ਘਰ ਨੂੰ ਥੰਮ ਥੰਮ ਰੱਖਦਾ ਹੈ, ਤਿਵੇਂ ਹੀ ਗੁਰੂ ਦਾ ਸ਼ਬਦ ਵੀ ਮਨ ਵਿੱਚ ਧਾਰ ਲੈ। ਮਨ ਨੂੰ ਆਸਰਾ ਦਿੰਦਾ ਹੈ ਜੋ ਗੁਰੂ ਦਾ ਸ਼ਬਦ ਹੈ। ਤਿਉ ਗੁਰ ਕਾ ਸ਼ਬਦ ਮਨੇ ਅਸਥੰਮਨ, ਇਹ ਵੀ ਸਾਨੂੰ ਆਸਰਾ ਦਿੰਦਾ ਹੈ ਮਨ ਦੇ ਵਿੱਚ ਗੁਰੂ ਦਾ ਜੋ ਸ਼ਬਦ ਹੈ। ਜਿਉ ਪਖਾਣ ਨਾਵ ਚੜ੍ਹ ਤਰੈ, ਪ੍ਰਾਣੀ ਗੁਰ ਚਰਨ ਲਗਤ ਨਿਸਤਰੈ। ਜਿਵੇਂ ਪੱਥਰ ਰੇਹੜੀ 'ਤੇ ਚੜ੍ਹ ਕੇ ਤੁਰ ਜਾਂਦਾ ਹੈ, ਗਾਂਹ ਤੁਰ ਜਾਂਦਾ ਹੈ, ਪ੍ਰਾਣੀ ਗੁਰ ਚਰਨ ਲਗਤ ਨਿਸਤਰੇ। ਤਿਵੇਂ ਹੀ ਮਨੁੱਖ ਗੁਰੂ ਦੇ ਚਰਨੀ ਲੱਗ ਕੇ ਮੁਕਤ ਹੋ ਜਾਂਦਾ ਹੈ, ਭਾਵ ਤਰ ਜਾਂਦਾ ਹੈ। ਜਿਉ ਅੰਧਕਾਰ ਦੀਪਕ ਪ੍ਰਗਾਸ, ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ। ਜਿਵੇਂ ਹਨੇਰੇ ਵਿੱਚ ਦੀਵੇ ਦਾ ਪ੍ਰਕਾਸ਼ ਹੁੰਦਾ ਹੈ, ਤਿਵੇਂ ਗੁਰੂ ਦਰਸ਼ਨ ਨਾਲ ਮਨ ਫੁੱਲਦਾ ਹੈ। ਜਿਉ ਮਹਾਂ ਉਦਿਆਨ ਮੈਂ ਮਾਰਗ ਪਾਵੈ, ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ। ਜਿਵੇਂ ਉਜਾੜ ਦਾ ਭੁੱਲਾ ਰਸਤਾ ਲੱਭ ਲਵੇ, ਤਿਵੇਂ ਸਾਧ ਸੰਗਤ ਦੁਆਰਾ ਜੋਤ ਦਾ ਚਾਨਣ ਹੁੰਦਾ ਹੈ। ਤਿੰਨ ਸੰਤਨ ਕੀ ਬਾਛੋ ਤੂਰ, ਨਾਨਕ ਕੀ ਹਰ ਲੋਚਾ ਪੂਰ। ਮੈਂ ਅਜਿਹੇ ਸੰਤਾਂ ਦੀ ਚਰਨ ਧੂੜ ਲੋਚਦਾ ਹਾਂ ਜੋ ਦਾਸ ਦੀ ਇੱਛਾ ਪੂਰੀ ਕਰ ਦੇਵੇ। ਮਨ ਮੂਰਖ ਕਾਹੇ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ। ਹੇ ਮੂਰਖ ਮਨ ਕਿਉਂ ਰੋਂਦਾ ਹੈ, ਆਪਣੇ ਪਹਿਲੇ ਲੇਖਾਂ ਨਾਲ ਤੂੰ ਕੀ ਪ੍ਰਾਪਤ ਕਰ ਲਿਆ ਹੈ। ਦੁਖ ਸੁਖ ਪ੍ਰਭ ਦੇਵਨਹਾਰ, ਅਵਰ ਤਿਆਗ ਤੂੰ ਤਿਸੇ ਚਿਤਾਰ। ਮਾਲਕ ਤਾਂ ਦੁੱਖ ਸੁੱਖ ਦੇਣ ਵਾਲਾ ਹੈ, ਹੋਰ ਗੱਲਾਂ ਛੱਡ ਕੇ ਤੂੰ ਉਸ ਨੂੰ ਚੇਤੇ ਕਰ। ਜੋ ਕੁਝ ਕਰੇ ਸੋਈ ਸੁਖ ਮਾਨ, ਭੂਲਾ ਕਾਹੈ ਫਿਰੇ ਅਜਾਨ। ਜੋ ਕਛ ਕਰੇ ਸੋਈ ਸੁਖ ਮਾਨ, ਜੋ ਉਹ ਵਾਹਿਗੁਰੂ ਅਕਾਲ ਪੁਰਖ ਕਰਦਾ ਹੈ ਉਸ ਨੂੰ ਸੁੱਖ ਕਰਕੇ ਮੰਨ। ਹੇ ਮੂਰਖ ਕਿਉਂ ਭੁੱਲਿਆ ਫਿਰਦਾ ਹੈ। ਕੌਣ ਬਸਤ ਆਈ ਤੇਰੇ ਸੰਗ, ਲਾਪਟ ਰਿਹੋ ਰਸ ਲੋਭੀ ਪਤੰਗ। ਕਿਹੜੀ ਵਸਤੂ ਤੇਰੇ ਨਾਲ ਆਈ ਹੈ ਜੋ ਰਸਾਂ ਨਾਲ ਕੀੜਿਆਂ ਵਾਂਗ ਚਿੰਬੜਿਆ ਪਿਆ ਹੈ। ਖਾਲੀ ਹੱਥ ਆਇਆ ਹੈ ਅਤੇ ਖਾਲੀ ਹੱਥ ਹੀ ਜਾਣਾ ਹੈ। ਸੋ ਜੋ ਦੁਨਿਆਵੀ ਪਦਾਰਥ ਹਨ, ਇਹਨਾਂ ਨੂੰ ਜ਼ਿਆਦਾ ਚੁੰਬੜਨ ਦੀ ਜ਼ਰੂਰਤ ਨਹੀਂ ਹੈ। ਵਾਹਿਗੁਰੂ ਸੱਚੇ ਪਾਤਸ਼ਾਹ ਦਾ ਓਟ ਆਸਰਾ ਲੈਣਾ ਚਾਹੀਦਾ ਹੈ। ਰਾਮ ਨਾਮ ਜਪ ਹਿਰਦੇ ਮਾਹੈ, ਨਾਨਕ ਪਤ ਸੇਤੀ ਕਰ ਜਾਹੈ। ਪ੍ਰਭੂ ਦਾ ਨਾਮ ਦਿਲ ਵਿੱਚ ਜਪ, ਇੱਜ਼ਤ ਨਾਲ ਆਪਣੇ ਘਰ ਨੂੰ ਤੁਰ ਜਾਵੇਂਗਾ। ਕਿਹੜਾ ਘਰ? ਪਰਲੋਕ। ਉੱਥੇ ਇੱਜ਼ਤ ਦੇ ਨਾਲ ਤੁਰ ਜਾਏਗਾ। ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਤੂੰ ਜਿਹੜਾ ਸੌਦਾ ਲੈਣ ਵਾਸਤੇ ਆਇਆ ਹੈ, ਉਹ ਨਾਮ ਦਾ ਸੌਦਾ ਸੰਤਾਂ ਦੇ ਮਨ ਤੋਂ ਪ੍ਰਾਪਤ ਹੁੰਦਾ ਹੈ। ਤਜ ਅਭਿਮਾਨ ਲਿਹੋ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ। ਤਜ ਅਭਿਮਾਨ, ਆਪਣੇ ਹੰਕਾਰ ਨੂੰ ਤਿਆਗ ਕੇ, ਲਿਹੋ ਮਨ ਮੋਲ, ਮਨ ਨੂੰ ਵੇਚ ਕੇ ਉਹ ਸੌਦਾ ਲੈ ਲੈ ਤੂੰ। ਕਿਹੜਾ? ਨਾਮ ਦਾ ਸੌਦਾ। ਰਾਮ ਨਾਮ ਹਿਰਦੇ ਮੈਂ ਤੋਲ। ਇਸ ਹਰੀ ਨਾਮ ਨੂੰ ਮਨ ਵਿੱਚ ਵਿਚਾਰ ਲੈ। ਲਾਦ ਖੇਪ ਸੰਤੇ ਸੰਗ ਚਾਲ,
अवर त्याग बिख्या जंजाल। लाद खेप ਸੰਤੇ ਸੰਗ ਚਾਲ। ਸੌਦਾ ਲੱਦ ਕੇ ਸੰਤਾਂ ਨਾਲ ਤੁਰ ਪਓ। ਨਾਮ ਦਾ ਸੱਚਾ ਸੌਦਾ ਕਰਕੇ ਅਤੇ ਫਿਰ ਤੁਸੀਂ ਸੰਤਾਂ ਦੇ ਨਾਲ ਚੱਲ ਪਓ। ਅਵਰ ਤਿਆਗ ਬਿਖਿਆ ਜੰਜਾਲ। ਹੋਰ ਜੋ ਸਾਰੇ ਵਿਸ਼ੇ ਵਿਕਾਰ ਹਨ ਇਹਨਾਂ ਨੂੰ ਤਿਆਗ ਦੇ। ਧੰਨ ਧੰਨ ਕਹੇ ਸਭ ਕੋਏ, ਮੁਖ ਊਜਲ ਹਰ ਦਰਗਾਹ ਸੋਏ। ਧੰਨ ਧੰਨ ਕਹੇ ਸਭ ਕੋਏ, ਫਿਰ ਤੈਨੂੰ ਹਰ ਕੋਈ ਧੰਨ ਧੰਨ ਆਖੇਗਾ ਅਤੇ ਹਰੀ ਦੀ ਦਰਗਾਹ ਵਿੱਚ ਵੀ ਤੇਰਾ ਜੋ ਮੂੰਹ ਹੈ ਉਹ ਉਜਲਾ ਹੋਵੇਗਾ, ਪਵਿੱਤਰ ਹੋਵੇਗਾ ਤੂੰ। ਇਹੋ ਵਪਾਰ ਵਿਰਲਾ ਵਪਾਰੇ, ਨਾਨਕ ਤਾਂ ਕੇ ਸਦ ਬਲਿਹਾਰੇ। ਇਸ ਸੌਦੇ ਨੂੰ ਕੋਈ ਵਿਰਲਾ ਹੀ ਲੈਂਦਾ ਹੈ। ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ। ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕੋ ਆਪਣਾ ਜੀਓ। ਸੰਤਾਂ ਦੇ ਪੈਰ ਧੋ ਧੋ ਕੇ ਪੀ, ਸੰਤਾਂ ਨੂੰ ਆਪਣਾ ਜੀ ਅਰਪਣ ਕਰ ਦੇ। ਭਾਵ ਸੱਚੇ ਦਿਲੋਂ ਉਸ ਵਾਹਿਗੁਰੂ ਅਕਾਲ ਪੁਰਖ ਦਾ ਓਟ ਆਸਰਾ ਲੈ। ਉਸ ਵਾਹਿਗੁਰੂ ਦੇ ਚਰਨਾਂ ਦਾ ਧਿਆਨ ਧਰ। ਗੁਰਬਾਣੀ ਪੜ੍ਹ, ਹੱਥਾਂ ਨਾਲ ਸ਼ੁਭ ਕਰਮਨ ਕਰ, ਕਿਰਤ ਕਮਾਈ ਕਰ। ਸਾਧ ਕੀ ਧੂਰ ਕਰੋ ਇਸਨਾਨ, ਸਾਧ ਉੱਪਰ ਜਾਈਏ ਕੁਰਬਾਨ। ਸੰਤਾਂ ਦੀ ਧੂੜ ਵਿੱਚ ਇਸ਼ਨਾਨ ਕਰ, ਸੰਤ ਦੇ ਉੱਤੋਂ ਦੀ ਕੁਰਬਾਨ ਜਾ। ਭਾਵ ਕਿ ਸੰਤਾਂ ਦੀ ਸੰਗਤ ਕਰ, ਉੱਥੋਂ ਸਾਨੂੰ ਚੰਗੀ ਸਿੱਖਿਆ ਹੀ ਮਿਲਣੀ ਹੈ। ਸਾਧ ਸੇਵਾ ਵਡ ਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ। ਸੰਤਾਂ ਦੀ ਸੇਵਾ ਵੱਡੇ ਭਾਗਾਂ ਦੇ ਨਾਲ ਮਿਲਦੀ ਹੈ। ਸੰਤਾਂ ਦੇ ਨਾਲ ਚੱਲ ਕੇ ਹਰੀ ਕੀਰਤਨ ਗਾਈਏ। ਅਨੇਕ ਬਿਗਨ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ। ਸੰਤ ਅਨੇਕਾਂ ਬਿਘਨਾਂ ਤੋਂ ਬਚਾ ਕੇ ਰੱਖਦਾ ਹੈ। ਹਰੀ ਗੁਣ ਗਾ ਕੇ ਅੰਮ੍ਰਿਤ ਰਸ ਚਖਦਾ ਰਹਿ। ਓਟ ਗਈ ਸੰਤੇ ਦਰ ਆਇਆ, ਸਰਬ ਸੁਖ ਨਾਨਕ ਤੈ ਪਾਇਆ। ਜਿਸ ਨੇ ਸੰਤਾਂ ਦੇ ਬੂਹੇ 'ਤੇ ਆ ਕੇ ਉਹਨਾਂ ਦੀ ਓਟ ਲਈ ਹੈ, ਉਸ ਨੇ ਸਾਰੇ ਸੁੱਖ ਪ੍ਰਾਪਤ ਕਰ ਲਏ ਹਨ। ਸੋ ਗੁਰਬਾਣੀ ਨੂੰ ਬਹੁਤ ਧਿਆਨ ਨਾਲ ਪੜ੍ਹਿਆ ਕਰੋ, ਇਸ ਨੂੰ ਸਮਝਿਆ ਕਰੋ। ਗੁਰਬਾਣੀ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ, ਸਹੀ ਜੀਵਨ ਜਿਉਣ ਦੀ ਜਾਂਚ ਸਿਖਾਉਂਦੀ ਹੈ। ਮ੍ਰਿਤਕ ਕੋ ਜਿਵਾਲਣ ਹਾਰ, ਭੂਖੇ ਕੋ ਦੇਵਤ ਆਧਾਰ। ਉਹ ਮਰਿਆਂ ਹੋਇਆਂ ਨੂੰ ਜੀ ਦਾਨ ਕਰ ਦਿੰਦਾ ਹੈ, ਜੀਵਨ ਦਾਨ ਦੇ ਦਿੰਦਾ ਹੈ। ਭੁੱਖਿਆਂ ਨੂੰ ਰੋਟੀ ਦਾ ਸਹਾਰਾ ਦਿੰਦਾ ਹੈ। ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲਹਿਣਾ ਪਾਹੈ। ਜਿਸ ਦੀ ਨਜ਼ਰ ਵਿੱਚ ਸਾਰੇ ਖਜ਼ਾਨੇ ਹਨ, ਪੁਰਬ ਲਿਖੇ ਕਾ ਲਹਿਣਾ ਪਾਹੇ, ਪਿਛਲੇ ਕਰਮਾਂ ਦੇ ਲਿਖੇ ਅਨੁਸਾਰ ਫਿਰ ਮਿਲਦਾ ਹੈ। ਜੇ ਆਪਾਂ ਚੰਗੇ ਕੰਮ ਕਰਦੇ ਹਾਂ ਤਾਂ ਲੋਕ ਵਿੱਚ ਵੀ ਸਹਾਈ ਹੋਣੇ ਹਨ ਚੰਗੇ ਕੰਮ, ਅਤੇ ਪਰਲੋਕ ਵਿੱਚ ਵੀ ਫਿਰ ਜਾ ਕੇ ਚੰਗੇ ਕੰਮ ਜੋ ਹਨ ਉਹ ਸਹਾਈ ਹੁੰਦੇ ਹਨ। ਸਭ ਕਿਛ ਤਿਸ ਕਾ ਓ ਕਰਨੇ ਜੋਗ, ਤਿਸ ਬਿਨ ਦੂਸਰ ਹੋਆ ਨਾ ਹੋਗ। ਉਸ ਕਰਨ ਜੋਗ ਦਾ ਸਭ ਕੁਝ ਪਦਾਰਥ ਹੈ। ਸਭ ਕਿਛ ਤਿਸ ਕਾ ਓ ਕਰਨੇ ਜੋਗ, ਉਹ ਉਸੇ ਦਾ ਹੀ ਸਭ ਕੁਝ ਹੈ, ਉਹੀ ਸਭ ਕੁਝ ਕਰਨ ਵਾਲਾ ਹੈ। ਤਿਸ ਬਿਨ ਦੂਸਰ ਹੋਆ ਨਾ ਹੋਗ, ਉਸ ਤੋਂ ਬਿਨਾਂ ਦੂਸਰਾ ਹੋਰ ਕੋਈ ਨਾ ਹੈ ਅਤੇ ਨਾ ਹੀ ਹੋਵੇਗਾ। ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲ ਏ ਕਰਨੀ। ਜਪ ਜਨ ਸਦਾ ਸਦਾ ਦਿਨ ਰਹਿਣੀ। ਹੇ ਪਿਆਰੇ, ਦਿਨ ਰਹਿਣੀ ਭਾਵ ਦਿਨ ਰਾਤ
ਉਸ ਨੂੰ ਜਪਦਾ ਰਹਿ ਆਪਣੇ ਹਿਰਦੇ ਦੇ ਵਿੱਚ। ਸਭ ਤੇ ਊਚ ਨਿਰਮਲ ਇਹ ਕਰਨੀ, ਸਭ ਤੋਂ ਇਹ ਉੱਚੀ ਤੇ ਚੰਗੀ ਕਾਰ ਹੈ। ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ। ਉਸ ਨੇ ਕਿਰਪਾ ਕਰਕੇ ਜਿਸ ਨੂੰ ਨਾਮ ਦੀ ਦਾਤ ਬਖਸ਼ੀ ਹੈ, ਉਹ ਦਾਸ ਪਵਿੱਤਰ ਹੋ ਗਿਆ ਹੈ। ਜਾਂ ਕੇ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰਿ ਪ੍ਰਭ ਚੀਤ। ਜਾਂ ਕੇ ਮਨ ਗੁਰ ਕੀ ਪ੍ਰਤੀਤ, ਜਿਸ ਦੇ ਮਨ ਦੇ ਵਿੱਚ ਗੁਰੂ ਦਾ ਪੱਕਾ ਨਿਸ਼ਚਾ ਹੈ। ਤਿਸ ਜਨ ਆਵੈ ਹਰਿ ਪ੍ਰਭ ਚੀਤ, ਉਸ ਦਾਸ ਨੂੰ ਹਰੀ ਮਾਲਕ ਚੇਤੇ ਆ ਜਾਂਦਾ ਹੈ। ਭਗਤ ਭਗਤ ਸੁਣੀਐ ਤੋਹਿ ਲੋਏ, ਜਾਂ ਕੇ ਹਿਰਦੇ ਏਕੋ ਹੋਏ। ਭਗਤ ਭਗਤ ਸੁਣੀਐ ਤੈ ਲੋਏ, ਜੋ 3 ਲੋਕ ਹਨ, ਤਿੰਨਾਂ ਲੋਕਾਂ ਵਿੱਚ ਉਸ ਦਾ ਨਾਮ ਭਗਤ ਸੁਣਿਆ ਜਾਂਦਾ ਹੈ। ਜਾਂ ਕੇ ਹਿਰਦੇ ਏਕੋ ਹੋਏ, ਜਿਸ ਦੇ ਮਨ ਦੇ ਵਿੱਚ ਇੱਕੋ ਇੱਕ ਵਾਹਿਗੁਰੂ ਅਕਾਲ ਪੁਰਖ ਵਸਿਆ ਹੋਇਆ ਹੈ। ਸੱਚ ਕਰਨੀ ਸੱਚ ਤਾਂ ਕੀ ਰਹਿਤ, ਸੱਚ ਹਿਰਦੇ ਸਤਮੁਖ ਕਹਿਤ। ਉਸ ਦੀ ਰਹਿਤ ਤੇ ਕਰਨੀ ਸੱਚੀ ਹੈ। ਸੱਚ ਹਿਰਦੇ ਸਤਮੁਖ ਕਹਿਤ, ਮਨ ਵਿੱਚ ਵੀ ਸੱਚ ਹੈ, ਹਿਰਦੇ ਵਿੱਚ ਵੀ ਸੱਚ ਹੈ, ਅਤੇ ਮੂੰਹ ਵਿੱਚ ਵੀ ਫਿਰ ਉਹਦੇ ਸੱਚ ਹੀ ਹੈ। ਸਾਚੀ ਸ੍ਰਿਸ਼ਟ ਸਾਚਾ ਆਕਾਰ, ਸੱਚ ਵਰਤੇ ਸਾਚਾ ਪਸਾਰ। ਸਾਚੀ ਦ੍ਰਿਸ਼ਟ ਸੱਚੀ ਨਜ਼ਰ ਅਤੇ ਸਾਚਾ ਆਕਾਰ, ਆਕਾਰ ਵੀ ਸੱਚਾ ਹੈ। ਸੱਚ ਵਰਤੈ ਸਾਚਾ ਪਸਾਰ, ਸੱਚੇ ਪਸਾਰੇ ਵਿੱਚ ਸੱਚ ਹੀ ਸੱਚ ਵਰਤਦਾ ਹੈ। ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ। ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ। 8:15 ਪ੍ਰਭੂ ਨੂੰ ਜਿਸ ਨੇ ਸੱਚ ਕਰਕੇ ਜਾਣਿਆ ਹੈ। ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਜਿਸ ਨੇ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਸੱਚ ਕਰਕੇ ਜਾਣ ਲਿਆ ਹੈ। ਨਾਨਕ ਸੋ ਜਨ ਸੱਚ ਸਮਾਤਾ, ਫਿਰ ਉਹ ਦਾਸ ਸੱਚੇ ਮਾਲਕ ਦੇ ਵਿੱਚ ਮਿਲ ਗਿਆ ਹੈ, ਜੋਤ ਦੇ ਵਿੱਚ ਜੋਤ ਸਰੂਪ ਹੋ ਗਿਆ ਹੈ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਗੁਰਬਾਣੀ ਪੜ੍ਹਦਿਆਂ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਅਰਥ ਪੜ੍ਹਦਿਆਂ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਆਪ ਸਾਧ ਸੰਗਤ ਬਖਸ਼ਣ ਯੋਗ ਹੋ, ਬਖਸ਼ ਲੈਣਾ। ਅਤੇ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਗੁਰਬਾਣੀ ਹਰ ਰੋਜ਼ ਜ਼ਰੂਰ ਪੜ੍ਹਿਆ ਕਰੋ। ਥੋੜ੍ਹੇ ਤੋਂ ਥੋੜ੍ਹਾ ਵੀ ਟਾਈਮ ਜੇ ਤੁਹਾਡੇ ਕੋਲ ਹੈਗਾ ਤਾਂ ਟਾਈਮ 'ਚੋਂ ਟਾਈਮ ਕੱਢ ਕੇ ਕੋਲੇ ਬੱਚਿਆਂ ਨੂੰ ਬਿਠਾ ਕੇ ਗੁਰਬਾਣੀ ਪੜ੍ਹਿਆ ਕਰੋ। ਗੁਰਬਾਣੀ 'ਤੇ ਵਿਚਾਰ ਕਰਿਆ ਕਰੋ, ਗੁਰਬਾਣੀ ਨੂੰ ਸਮਝਿਆ ਕਰੋ। ਅਰਥਾਂ ਵਾਲੇ ਜੋ ਗੁਟਕਾ ਸਾਹਿਬ ਹੁੰਦੇ ਹਨ, ਜਿਨ੍ਹਾਂ ਨੂੰ ਅਸੀਂ ਸਟੀਕ ਕਹਿੰਦੇ ਹਨ, ਉਹ ਮਿਲ ਜਾਂਦੇ ਹਨ। ਕਿਉਂਕਿ ਜਦੋਂ ਵੀ ਮੈਂ ਬੱਚਿਆਂ ਦੇ ਨਾਲ ਗੱਲ ਕਰਦੀ ਹਾਂ ਵੀ ਤੁਸੀਂ ਗੁਰਬਾਣੀ ਕਿਉਂ ਨਹੀਂ ਪੜ੍ਹਦੇ ਹੈਗੇ, ਮੈਂ ਦੇਖਿਆ ਵੀ ਬੱਚਿਆਂ ਨੂੰ ਗਾਣੇ ਬਹੁਤ ਆਉਂਦੇ ਆ, ਡਾਂਸ ਬੜਾ ਕਰਦੇ ਆ, ਪਰ ਗੁਰਬਾਣੀ ਦਾ ਜੇ ਕਹਿ ਦਈਏ ਨਾ ਤਾਂ ਫਿਰ ਕਹਿਣਗੇ ਵੀ ਸਾਨੂੰ ਤਾਂ ਇਹਦੀ ਸਮਝ ਨਹੀਂ ਲੱਗਦੀ ਹੈਗੀ। ਪਰ ਜਦੋਂ ਆਪਾਂ ਬੱਚਿਆਂ ਨੂੰ ਇਕੱਠੇ ਕਰੀਏ ਅਤੇ ਉਹਨਾਂ ਦੇ ਨਾਲ ਆਪ ਵੱਡੇ ਬੈਠਣ ਅਤੇ ਫਿਰ ਗੁਰਬਾਣੀ ਪੜ੍ਹਨ ਅਤੇ ਫਿਰ ਉਹਦੇ ਅਰਥ ਵੀ ਬੱਚਿਆਂ ਨੂੰ ਦੱਸਣ, ਤਾਂ ਫਿਰ ਬੱਚਿਆਂ ਨੂੰ ਵੀ ਵਧੀਆ ਲੱਗੂਗਾ। ਇਹ ਸਮੇਂ ਦੀ ਮੰਗ ਹੈ। ਸੋ ਆਪਾਂ ਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਜਿਵੇਂ ਤਿਵੇਂ ਵੀ ਕਰਕੇ ਪਿਆਰ ਦੇ ਨਾਲ ਉਹਨਾਂ ਨੂੰ ਸਮਝਾਓ ਅਤੇ ਉਹਨਾਂ ਨੂੰ ਵੀ ਨਾਲ ਬਿਠਾਓ। ਗੁਰਬਾਣੀ ਆਪ ਵੀ ਪੜ੍ਹੋ ਅਤੇ ਬੱਚਿਆਂ ਨੂੰ ਵੀ ਪੜ੍ਹਾਓ। ਗੁਰਬਾਣੀ ਜੋ ਹੈ ਸਾਡੀ ਹਰ ਥਾਂ 'ਤੇ ਸਾਡਾ ਸਾਥ ਦਿੰਦੀ ਹੈ। ਇਹ ਸਾਨੂੰ ਇੱਕ ਚੰਗਾ ਜੀਵਨ ਜਿਉਣ ਦੀ ਜਾਂਚ ਬਖਸ਼ਦੀ ਹੈ। ਸੋ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।